हाँ दोस्तों, मैं डॉक्टर नक्षत्रजीत सिंह ਮਾਈਕਰੋ ਐਨਾਲਿਸਿਸ ਫੂਡ ਟੈਸਟਿੰਗ ਸੈਂਟਰ ਤੋਂ। ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਐਂਟੀਬਾਇਓਟਿਕ ਰੈਜ਼ਿਸਟੈਂਸ ਦੀ, ਕਿਉਂਕਿ ਜਿਹੜਾ ਲਾਸਟ ਵੀਕ ਗਿਆ ਹੈ ਨਾ 18 ਤਰੀਕ ਤੋਂ ਲੈ ਕੇ 24 ਤਰੀਕ ਤੱਕ, ਦਿਸ ਇਜ਼ ਦਾ ਵਰਲਡ ਐਂਟੀ ਮਾਈਕਰੋਬੀਅਲ ਅਵੇਅਰਨੈਸ ਵੀਕ which is celebrated by the WHO. The being a microbiologist or being because we are doing the microbiological work here in our center, तो मैं सोचा कि ਇਹਦੇ ਉੱਪਰ ਇੱਕ ਗੱਲ ਕਰਨੀ ਜ਼ਰੂਰ ਚਾਹੀਦੀ ਹੈ। ਹੋਪ ਯੂ ਵਿਲ ਲਾਈਕ ਇਟ। ਹਰ ਸਾਲ ਦਾ ਥੀਮ ਅਲੱਗ ਹੁੰਦਾ ਹੈ WHO ਦਾ, तो this year the theme was preventing the antimicrobial resistance together। ਮੀਨਸ ਕਿ ਕੋਲੈਬੋਰੇਟਿਵ ਜਿਹੜੇ ਸਟੈਪ ਸਾਨੂੰ ਚੱਕਣੇ ਪੈਣਗੇ ਇਸ ਐਂਟੀਬਾਇਓਟਿਕ ਰੈਜ਼ਿਸਟੈਂਸ ਦਾ, ਜੋ ਕਿ ਨਾਓ ਏ ਡੇਜ਼ ਇਟ ਇਜ਼ ਦਾ ਕਲੀਨਿਕਲ ਥ੍ਰੈਟ। ਇਹਨੂੰ ਰੋਕਣ ਵਾਸਤੇ ਕੋਲੈਬੋਰੇਟਿਵ ਰਿਸਰਚ ਔਰ ਟੂਗੈਦਰਨੈਸ ਇਜ਼ ਰਿਕੁਆਇਰਡ। ਟੂਗੈਦਰਨੈਸ ਕਿਹਦੀ? ਲੈਬਸ ਦੀ ਔਰ ਹੌਸਪੀਟਲਸ ਦੀ। ਸੋ ਇਹਦੇ ਉੱਪਰ ਆਪਾਂ ਗੱਲ ਕਰਾਂਗੇ ਅੱਜ ਕਿ ਵਾਟ ਦਾ ਹੌਸਪੀਟਲ ਸ਼ੁੱਡ ਡੂ। I am suggesting that hospital ਦੇ ਵਿੱਚ ਕੀ ਹੋਣਾ ਚਾਹੀਦਾ ਹੈ ਕਿ ਐਂਟੀਬਾਇਓਟਿਕ ਸਟੀਵਰਡਸ਼ਿਪ ਪ੍ਰੋਗਰਾਮ ਹੋਣਾ ਚਾਹੀਦਾ ਹੈ। Usually guideline says this, NABH guideline says, WHO guideline says, CDC guideline says that there should be a proper stewardship program. Antibiotic policy is the part of stewardship program. ਉਸ ਤੋਂ ਬਾਅਦ there should be a certain guidelines related to the sterilization of the hospital, ਤਾਂ ਕਿ ਇਹ ਜਿਹੜੇ ਰੈਜ਼ਿਸਟੈਂਸ ਡਿਵੈਲਪਮੈਂਟ ਹੋ ਰਹੀ ਹੈ ਔਰਗੈਨਿਜ਼ਮ ਦੇ ਵਿੱਚ, ਇਹਨੂੰ ਰੋਕਿਆ ਜਾਵੇ। ਅਤੇ ਇਹਦੇ ਨਾਲ ਕੀ ਹੋਏਗਾ ਕਿ ਕੋਸਟ ਟੂ ਦਾ ਪੇਸ਼ੈਂਟ ਵਿਲ ਰਿਡਿਊਸ ਡਰਮੈਟੀਕਲੀ। ਇਹ ਜਦੋਂ ਘਟੇਗੀ ਜਦੋਂ ਆਪਾਂ ਰੈਜ਼ਿਸਟੈਂਸ ਡਿਵੈਲਪਮੈਂਟ ਨੂੰ ਰੋਕਾਂਗੇ। ਡਿਜ਼ਾਈਨਿੰਗ ਆਫ ਦਾ ਨਿਊ ਐਂਟੀਬਾਇਓਟਿਕ ਇਜ਼ ਨਾਟ ਏ ਅਲਟਰਨੇਟਿਵ ਟੂ ਦਿਸ ਕਲੀਨਿਕਲ ਥ੍ਰੈਟ, ਕਿਉਂਕਿ ਸੋ ਮੈਨੀ ਐਂਟੀਬਾਇਓਟਿਕਸ ਆਰ ਅਵੇਲੇਬਲ ਇਨ ਦਾ ਮਾਰਕੀਟ, ਅਤੇ ਉਹਨਾਂ ਦੀ ਰੈਜ਼ਿਸਟੈਂਸ ਵੀ ਨਾਲ ਹੀ ਆ ਜਾਂਦੀ ਆਫਟਰ ਦਾ ਹਾਇਰ ਯੂਜ਼। So first of all, I want to mention here that antibiotics are the drugs which are most widely used or most widely misused in the hospital. So ਇਹਨੂੰ ਰੋਕਣ ਵਾਸਤੇ there are certain guidelines। ਉਹਦੇ ਵਿੱਚ ਮੈਂ ਵੀ ਕੁਝ ਸੁਜੈਸਟ ਕਰਨਾ ਚਾਹਾਂਗਾ ਕਿ ਜਦੋਂ ਆਪਾਂ ਐਂਟੀਬਾਇਓਟਿਕ ਪਾਲਿਸੀ ਬਣਾਉਂਦੇ ਹਾਂ ਨਾ ਇੱਕ, ਅਤੇ ਉਹਦੇ ਵਿੱਚ ਸਭ ਤੋਂ ਪਹਿਲੀ ਰਿਕੁਆਇਰਮੈਂਟ ਸਾਨੂੰ ਚਾਹੀਦੀ ਹੈ ਕਿ ਵੀ ਸ਼ੁੱਡ ਡਿਵਾਈਡ ਦਾ ਐਂਟੀਬਾਇਓਟਿਕ ਪੈਨਲ ਇਨਟੂ ਫਸਟ ਲਾਈਨ, ਸੈਕਿੰਡ ਲਾਈਨ ਔਰ ਥਰਡ ਲਾਈਨ ਡਰੱਗਸ। ਉਹਦੇ ਨਾਲ ਇਹ ਕੀ ਹੋਏਗਾ ਕਿ ਫਸਟ ਵੀ ਸ਼ੁੱਡ ਗੋ ਵਿਦ ਦਾ ਫਸਟ ਲਾਈਨ ਓਨਲੀ, ਔਰ ਵੀ ਸ਼ੁੱਡ ਗੋ ਵਿਦ ਦਾ ਨੈਰੋ ਸਪੈਕਟਰਮ ਐਂਟੀਬਾਇਓਟਿਕ। if the narrow spectrum antibiotic works, it's okay. Otherwise, if the patient is not responding to these antibiotics, then we should go for the broad spectrum or second or third line drugs। ਹੁਣ ਜਦੋਂ ਪੇਸ਼ੈਂਟ ਸਾਡੇ ਕੋਲ ਆਉਂਦਾ ਹੈ ਤਾਂ ਇੰਪੈਰੀਕਲੀ ਵੀ ਸ਼ੁੱਡ ਗਿਵ ਦਾ ਐਂਟੀਬਾਇਓਟਿਕ ਟੂ ਦਾ ਪੇਸ਼ੈਂਟ। ਹੁਣ ਵਾਟ ਆਈ ਐਮ ਸੁਜੈਸਟਿੰਗ ਇਜ਼ ਕਿ ਐਵਰੀ ਹੌਸਪੀਟਲ ਸ਼ੁੱਡ ਹੈਵ ਦੇਅਰ ਓਨ ਐਂਟੀਬਾਇਓਗ੍ਰਾਮ। ਐਂਟੀਬਾਇਓਗ੍ਰਾਮ ਦਾ ਮਤਲਬ ਕਿ ਹਰ ਹੌਸਪੀਟਲ ਆਪਣੇ ਜਿਹੜੇ ਉਹਦੀ ਵਾਰਡਸ ਨੇ ਜਾਂ ਉਸ ਟਾਈਪ ਦਾ ਹੌਸਪੀਟਲ, ਕਿਉਂਕਿ ਐਵਰੀ ਹੌਸਪੀਟਲ ਮਾਈਕਰੋਬਾਇਓਲੋਜੀਕਲ ਪ੍ਰੋਫਾਈਲ ਇਜ਼ ਡਿਫਰੈਂਟ। ਈਵਨ ਹੌਸਪੀਟਲ ਦੇ ਵਿੱਚ ਇਫ ਦਾ ਸਰਜੀਕਲ ਵਾਰਡ ਇਜ਼ ਦੇਅਰ, ਉਹਦੀ ਮਾਈਕਰੋਬਾਇਓਲੋਜੀ ਦੇਖਾਂਗੇ ਤਾਂ ਡਿਫਰੈਂਟ ਹੋਏਗੀ, ਔਰਥੋ ਦੀ ਦੇਖਾਂਗੇ ਤਾਂ ਡਿਫਰੈਂਟ ਹੋਏਗੀ, ਗਾਇਨੀ ਦੀ ਦੇਖਾਂਗੇ ਤਾਂ ਡਿਫਰੈਂਟ ਪ੍ਰੋਫਾਈਲ ਹੋਏਗੀ। ਸੋ ਉਹਨਾਂ ਦੀ ਐਂਟੀਬਾਇਓਟਿਕਸ ਵੀ ਅਲੱਗ ਹੋਣਗੀਆਂ। ਬੈਟਰ ਇਹ ਆ ਕਿ ਇਨਫੈਕਸ਼ਨ ਵਾਈਜ਼ ਐਂਟੀਬਾਇਓਟਿਕ ਪਾਲਿਸੀ ਬਣੇ। Otherwise, broadly we can divide our antibiotics into first line, second line and third line drug। ਜਿਹੜਾ ਐਂਟੀਬਾਇਓਗ੍ਰਾਮ ਬਣਾਵਾਂਗੇ ਉਹਦੇ ਵਿੱਚ ਸਾਨੂੰ ਇਹ ਪਤਾ ਲੱਗਦਾ ਹੈ ਕਿ ਮੇਰੇ ਹੌਸਪੀਟਲ ਦੇ ਵਿੱਚ what type of organisms are there, ਅਤੇ on the basis of the culture report I come to know that which antibiotic is most effective in my hospital। ਆਈਸੋਲੇਟਿਡ ਔਰਗੈਨਿਜ਼ਮਸ ਵਿੱਚ ਜਿਹੜੇ ਪੇਸ਼ੈਂਟ ਤੋਂ ਆਪਾਂ ਆਈਸੋਲੇਟ ਕਰਦੇ ਨੇ ਉਹਦੇ ਵਿੱਚ ਕਿਹੜੀ ਐਂਟੀਬਾਇਓਟਿਕ ਜ਼ਿਆਦਾ ਚੱਲਦੀ, ਦਿਸ ਇਨਫੋਰਮੇਸ਼ਨ ਵੀ ਕੈਨ ਹੈਵ ਫਰੋਮ ਦਾ ਐਂਟੀਬਾਇਓਗ੍ਰਾਮ। ਸੋ ਇੰਪੀਰੀਕਲ ਥੈਰੇਪੀ ਦੀ ਜਿਹੜੀ ਇਫੈਕਟਿਵਨੈਸ ਹੈ ਨਾ, ਦੈਟ ਇਜ਼ ਡਾਇਰੈਕਟਲੀ ਰਿਲੇਟਡ ਵਿਦ ਯੋਰ ਐਂਟੀਬਾਇਓਗ੍ਰਾਮ, ਜਿਹੜਾ ਵੀ ਕੈਨ ਚੇਂਜ ਟਾਈਮ ਟੂ ਟਾਈਮ। ਸੋ ਫਸਟ the hospital should have antibiotic stewardship program, then antibiogram should be there in the hospital। दूसरा, I am suggesting to the clinicians that wherever possible and whenever possible we should go with the culture report।
ਕਲਚਰ ਰਿਪੋਰਟ ਦੇ ਨਾਲ ਆਉਣ ਨਾਲ ਕੀ ਹੋਏਗਾ ਕਿ ਜਿਹੜੀ ਐਂਟੀਬਾਇਓਟਿਕ ਇੰਪੀਰੀਕਲੀ ਵੀ ਹੈਵ ਸਟਾਰਟਡ, ਇਫ ਦੈਟ ਐਂਟੀਬਾਇਓਟਿਕ ਇਜ਼ ਸੈਂਸਿਟਿਵ then we can wait, we should go with that antibiotic. और normally ਕੀ ਹੁੰਦਾ ਹੈ ਕਿ if we started the antibiotic, next day अगर patient is not responding तो we are changing the antibiotic. So I am suggesting here that up to 72 hours at least we are to wait for the 72 hours before changing the antibiotic or de-escalation the antibiotic. दूसरी ਗੱਲ ਇਹ ਹੈ कि if you want to change the antibiotic तो we should change the group. If third generation we are giving, if one antibiotic in the third generation is resistant and second one is sensitive, we should not go with the second antibiotic. ਜਦੋਂ ਵੀ ਚੇਂਜ ਕਰਨਾ ਹੈ ਤਾਂ ਗਰੁੱਪ ਚੇਂਜ ਕਰਨਾ ਚਾਹੀਦਾ ਹੈ ਸਾਨੂੰ। ਤੀਸਰੀ ਗੱਲ ਮੈਂ ਇਹ ਕਹਾਂਗਾ ਕਿ ਐਂਟੀਬਾਇਓਟਿਕ ਦੀ ਡਿਊਰੇਸ਼ਨ ਔਰ ਡੋਜ਼ ਦੈਟ ਸ਼ੁੱਡ ਬੀ ਸਪੈਸੀਫਾਈਡ, ਕਿ ਮਿਨੀਮਮ ਐਂਟੀਬਾਇਓਟਿਕ ਦੀ ਡਿਊਰੇਸ਼ਨ ਰੱਖੀਏ ਆਪਾਂ। ਤੀਸਰੀ ਗੱਲ ਮੈਂ ਇਹ ਕਹਾਂਗਾ ਕਿ ਇਫ the patient is infected, only then we should go with the antibiotic treatment. For example, if the patient is coming with the viral infection, we should not give the antibiotic. अगर colonizer है means कि normal flora है तो we should not give the antibiotics. So use ਜਿਹੜਾ rational use of antibiotic है ना, that is must in the hospital, क्योंकि ਜਦੋਂ higher use और irrational use ਨੂੰ ਆਪਾਂ ਰੋਕਾਂਗੇ ਤੇ ਜਿਹੜੀ ਕਲੀਨਿਕਲ ਥ੍ਰੈਟ ਹੈ ਐਂਟੀ ਮਾਈਕਰੋਬੀਅਲ ਰੈਜ਼ਿਸਟੈਂਸ ਹੈ ਨਾ ਜਿਹੜੀ ਇਹ ਆਪਣੇ ਆਪ ਹੀ ਘਟ ਜਾਏਗੀ। ਸੋ ਦੂਸਰਾ ਮੈਂ ਹੁਣ ਗੱਲ ਕਰਾਂਗਾ ਲੈਬਸ ਦੀ, ਬਿਕੋਜ਼ ਵੀ ਆਰ ਆਲਸੋ ਡੂਇੰਗ ਦਾ ਮਾਈਕਰੋਬਾਇਓਲੋਜੀਕਲ ਵਰਕ ਇਨ ਆਵਰ ਲੈਬ। ਤੇ ਉਹਦੇ ਵਿੱਚ ਮੈਂ ਇੱਕ ਗੱਲ ਸੁਜੈਸਟ ਕਰਾਂਗਾ ਲੈਬਸ ਵਾਲਿਆਂ ਨੂੰ ਕਿ ਫਰੋਮ ਵਿਚ ਹਸਪੀਟਲ ਯੂ ਆਰ ਗੈਟਿੰਗ ਦਾ ਸੈਂਪਲ, you should ask that hospital clinician that they should recommend the antibiotics, ਕਿ ਉਹ ਸਾਨੂੰ ਦੱਸਣ ਕਿ I am using these drugs in my hospital, ਤੇ ਜਿਹੜਾ ਤੁਸੀਂ ਐਂਟੀਬਾਇਓਟਿਕ ਪੈਨਲ ਇਨ ਵਿਟਰੋ ਯੂਜ਼ ਕਰਨਾ ਹੈ ਨਾ ਉਹੀ ਐਂਟੀਬਾਇਓਟਿਕ ਉਹਦੇ ਵਿੱਚ ਯੂਜ਼ ਕਰਨ, ਬਿਕੋਜ਼ I am doing this job. Most of the time I ask the clinician ਕਿ you suggest me or you recommend me, ਕਿ ਮੈਂ ਐਂਟੀਬਾਇਓਟਿਕ ਯੂਜ਼ ਕਰਦਾ, ਤੁਸੀਂ ਇਹ ਜ਼ਰੂਰ ਲਗਾਉਣੀ ਹੈ ਤਾਂ ਕਿ ਮੈਨੂੰ ਪਤਾ ਲੱਗੇ ਕਿ ਜਿਹੜੀ ਐਂਟੀਬਾਇਓਟਿਕ ਮੈਂ ਦੇ ਰਿਹਾ ਉਹ ਸੈਂਸਿਟਿਵ ਆ ਜਾਂ ਰੈਜ਼ਿਸਟੈਂਸ ਆ। ਅਦਰਵਾਈਜ਼ ਕੀ ਹੁੰਦਾ ਹੈ ਕਿ ਇਨ ਵਿਟਰੋ ਆਪਾਂ ਕੁਝ ਐਂਟੀਬਾਇਓਟਿਕਸ ਲਗਾਉਂਦੇ ਹਾਂ, ਹਸਪੀਟਲ ਦੇ ਵਿੱਚ ਕੁਝ ਹੋਰ ਐਂਟੀਬਾਇਓਟਿਕਸ ਚੱਲ ਰਹੀਆਂ ਹੁੰਦੀਆਂ ਨੇ ਅਤੇ ਦੇਰ ਇਜ਼ ਅ ਗੈਪ, ਉਹਦਾ ਰਿਸੋਰਸਿਸ ਦੈਟ ਇਜ਼ ਜਸਟ ਏ ਵੇਸਟੇਜ ਆਫ ਰਿਸੋਰਸਿਸ ਆਫ ਦਾ ਮਾਈਕਰੋਬਾਇਓਲੋਜੀਕਲ ਲੈਬ ਔਰ ਆਲਸੋ ਫॉर ਦਾ ਹਸਪੀਟਲ। ਸੋ ਇਹ ਗੈਪ ਨੂੰ ਸਾਨੂੰ ਘਟਾਉਣਾ ਪਏਗਾ। ਦੂਸਰੀ ਲੈਬਸ ਨੂੰ ਇਹ ਕਰਨਾ ਚਾਹੀਦਾ ਕਿ ਦੇ ਸ਼ੁੱਡ ਮੈਂਸ਼ਨ ਵੈਦਰ ਦਾ ਆਰਗੈਨਿਜ਼ਮ ਇਜ਼ ਮਲਟੀ ਡਰਗ ਰੈਜ਼ਿਸਟੈਂਸ ਔਰ ਨਾਟ, ਕਿਉਂ ਦੇਰ ਆਰ ਸਰਟਨ ਮੈਥਡਸ ਬਾਈ ਵਿਚ ਵੀ ਕੈਨ ਡਿਟੈਕਟ कि whether the organism is ESBL producer और MC producer और NDM है या कोई MRSA है या कोई वर्सा है, तो all these are resistance organisms. So we should mention in the report so that clinician should come to know कि this is a multi-drug resistance organism, then I'll go with the combined therapy. ਉਹ ਫਿਰ ਇੱਕ ਦੋ ਐਂਟੀਬਾਇਓਟਿਕ ਨੂੰ ਮਿਕਸ ਕਰਕੇ ਜਿਹਦਾ ਸਿਨਰਜੀਕਲ ਇਫੈਕਟ ਹੋਏਗਾ ਤੇ ਉਹ ਪੇਸ਼ੈਂਟ ਨੂੰ ਟਰੀਟ ਕਰੇਗਾ। So these are the things which I wanted to share through my channel. Hope you enjoy this video. ਤੇ ਇਹ ਜਿਹੜਾ ਸੈਲੀਬ੍ਰੇਟਡ ਆਪਾਂ ਵੀ ਆਪਣੇ ਸੈਂਟਰ ਦੇ ਵਿੱਚ ਇਹਨੂੰ ਸੈਲੀਬ੍ਰੇਟ ਕੀਤਾ ਹੈ ਤੇ ਦਿਸ ਇਜ਼ ਦਾ ਪਾਰਟ ਆਫ ਦੈਟ ਆਲਸੋ। ਤੇ ਨਾਓ ਆਈ ਐਮ ਰਿਕੁਐਸਟਿੰਗ ਯੂ ਆਲ, ਪਲੀਜ਼ ਸਬਸਕ੍ਰਾਈਬ ਮਾਈ ਚੈਨਲ, ਕਮੈਂਟ ਇਟ and suggest me that which type of videos we will prepare and upload it to our channel. So once again, thank you very much.